सूरज किरण मिले, जल का जल हुआ राम। ज्योति ज्योत रली, संपूर्ण थिया राम। सूरज किरण मिले, जल का जल हुआ राम। ज्योति ज्योत रली, संपूर्ण थिया राम। ब्रह्म दिसै ब्रह्म सुनिए, एक एक वखाणिए। आत्म पसारा करण हारा, प्रभ बिना नहीं जानिए। आप करता आप भुगता, आप कारण किया। बिनवंत नानक सेई जाने, जिने हर रस पिया। जो तो प्रेम खेलन का चाओ, सिर धर तली गली मुरियाओ। इत मार्ग पैर तरीजै, सिर दीजै कान ना कीजै। परम सत्कारयोग गुरु जी दा खास रूप। गुरु जी दी साजी निवाजी, गुरु प्यारी गुरु खालसा साध संगत जी। बहुत ही वडभागे हो जो साहिब कमाल, मीरान मीर, पीरान पीर, वालिए कुल आलम, सरवरे कायनात, चवर छतर तखत दे मालक, हाजर नाजर दसां पातशाहियां जी दे स्वरूप। धन श्री गुरु ग्रंथ साहिब जी महाराज जियां दे दर्शन दीदार करके अपने जीवन दियां इन्हां अमोलक घड़ियां नूं सवासां रूपी पूंजी समेत सफल बनाउणा कर रहे हो। गुरसंगत जी जिस तरह महाराज जियां दे अस्थानां दी नित दी मर्यादा है, चल रही मर्यादा मुताबक हुण समा गुरसंगत जी ओह मुबारक दिहाड़ा जदों गुरसंगत जी हर एक सिख दियां जो अखां ने आप गमगीन हो जांदियां ने। अज ओह मुबारक दिन जदों गुरसंगत जी सतवें पातशाह धन श्री गुरु हर राय साहिब जी महाराज जियां ने आप गुरसंगत जी 8वें पातशाह धन श्री गुरु हरकृष्ण साहिब जी महाराज जियां नूं आप गुरसंगत जी गुरता गद्दी जी दे उपर विराजमान करके सचखंड प्याना करना कीता। सो गुरसंगत जी ऐसे मुबारक दिहाड़े ने अज ते नाल ही गुरसंगत जी जो पंजा साहिब जियां दे जो साके अज वरतने होए सन। सो ऐसे दिहाड़े अज दे नाल अज दे दिन नाल संबंधित ने। सो गुरसंगत जी आओ महाराज जियां दे मुबारक इतिहास दे नाल जुड़न तो पहला कलगीधर पातशाह धन श्री गुरु गोबिंद सिंह साहिब जी महाराज जियां दे असीस रूप बख्शिश रूप फतेह गजा करके महाराज जी दियां खुशियां दे
ਬਖਸ਼ਿਸ਼ਾਂ ਦੇ ਪਾਤਰ ਬੰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰ ਸੰਗਤ ਜੀਓ, ਮੁਬਾਰਕ ਦਿਨ ਜਦੋਂ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਗੁਰ ਸੰਗਤ ਜੀ ਗੁਰਤਾ ਗੱਦੀ ਦੇ ਉੱਪਰ 8ਵੇਂ ਪਾਤਸ਼ਾਹ ਜੀਆਂ ਨੂੰ ਬਿਰਾਜਮਾਨ ਕਰਕੇ ਸੋ ਸੱਚਖੰਡ ਪਿਆਨਾ ਕਰਨਾ ਕੀਤਾ। ਸੋ ਗੁਰ ਸੰਗਤ ਜੀ 7ਵੇਂ ਪਾਤਸ਼ਾਹ ਜੀਆਂ ਨੇ ਆਪ ਪਿਤਾ ਬਾਬਾ ਗੁਰਦਿੱਤਾ ਜੀਆਂ ਦੇ ਅਤੇ ਪਿਤਾ ਬਾਬਾ ਗੁਰਦਿੱਤਾ ਜੀਆਂ ਦੇ ਗ੍ਰਹਿ ਮਾਤਾ ਨਿਹਾਲ ਕੌਰ ਜੀਆਂ ਦੇ ਕੁੱਖੋਂ ਆਪ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ ਉੱਪਰ ਅਵਤਾਰ ਧਾਰਨ ਕਰਨਾ ਕੀਤਾ। ਸੋ ਇਹ ਕੀਰਤਪੁਰ ਸਾਹਿਬ ਗੁਰ ਸੰਗਤ ਜੀ ਆਪ ਬਾਬਾ ਗੁਰਦਿੱਤਾ ਜੀਆਂ ਨੇ 6ਵੇਂ ਪਾਤਸ਼ਾਹ ਜੀਆਂ ਦੇ ਹੁਕਮਾਂ ਨੂੰ ਆਪ ਪਾਲਣਾ ਕਰਦਿਆਂ ਹੋਇਆਂ ਸ੍ਰੀ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ ਨੂੰ ਵਰਸਾਣਾ ਕੀਤਾ ਸੀ। ਸੋ ਗੁਰ ਸੰਗਤ ਜੀ ਐਸੇ ਅਸਥਾਨਾਂ ਦੇ ਉੱਤੇ 7ਵੇਂ ਪਾਤਸ਼ਾਹ ਜੀਆਂ ਨੇ ਆਪ ਮਾਤਾ ਨਿਹਾਲ ਕੌਰ ਜੀਆਂ ਦੇ ਉਦਰ ਤੋਂ ਅਵਤਾਰ ਧਾਰਨ ਕਰਨਾ ਕੀਤਾ। ਸੋ ਆਪ ਗੁਰ ਸੰਗਤ ਜੀ ਬਚਪਨ ਤੋਂ ਹੀ ਆਪ ਮਹਾਰਾਜ 7ਵੇਂ ਪਾਤਸ਼ਾਹ ਆਗਿਆਕਾਰੀ ਸੁਭਾਅ ਦੇ ਮਾਲਕ ਸਨ। ਸੋ ਆਪ ਮਹਾਰਾਜ ਜੀਆਂ ਦੇ ਐਸੇ ਸੁਭਾਅ ਦਾ ਪਤਾ ਉਦੋਂ ਲੱਗਦਾ ਗੁਰ ਸੰਗਤ ਜੀ ਜਦੋਂ ਆਪ ਮਹਾਰਾਜ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਗੁਰ ਸੰਗਤ ਜੀ ਬਾਗ ਦੇ ਵਿੱਚ ਵਿਚਰ ਰਹੇ ਨੇ। 7ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਪ ਮਹਾਰਾਜ ਜੀਆਂ ਦੇ ਪਿੱਛੇ ਆ ਰਹੇ ਨੇ ਤਾਂ ਆਪ ਮਹਾਰਾਜ ਜੀਆਂ ਨੇ ਗੁਰ ਸੰਗਤ ਜੀ ਖੁੱਲਾ ਚੋਲਾ ਪਾਉਣਾ ਕੀਤਾ। ਸੋ ਐਸਾ ਖੁੱਲਾ ਚੋਲਾ ਆਪ ਮਹਾਰਾਜ ਜੀਆਂ ਦਾ ਗੁਰ ਸੰਗਤ ਜੀ ਇੱਕ ਫੁੱਲ ਦੇ ਨਾਲ ਖਹਿਣਾ ਹੋਇਆ ਤੇ ਜਦੋਂ ਚੋਲਾ ਆਪ ਖਹਿਣਾ ਹੋਇਆ ਤੇ ਉਹ ਫੁੱਲ ਟੁੱਟ ਕਰਕੇ ਧਰਤੀ ਦੇ ਉੱਤੇ ਡਿੱਗਣਾ ਹੋਇਆ ਤੇ ਗੁਰ ਸੰਗਤ ਜੀ ਜਦੋਂ ਆਪ 7ਵੇਂ ਪਾਤਸ਼ਾਹ ਜੀਆਂ ਨੇ ਦੇਖਣਾ ਕੀਤਾ ਨਾ ਕਿ ਧਰਤੀ ਦੇ ਉੱਤੇ ਫੁੱਲ ਟੁੱਟ ਕੇ ਡਿੱਗ ਗਿਆ ਤੇ ਮਹਾਰਾਜ ਉਦਾਸ ਹੋਏ ਨੇ, ਕਿਉਂਕਿ ਗੁਰ ਸੰਗਤ ਜੀ ਮਹਾਰਾਜ ਜੀਆਂ ਦੇ ਆਪ ਗੁਰ ਸੰਗਤ ਜੀ ਉਦਾਸ ਹੋਏ ਨੇ। 6ਵੇਂ ਪਾਤਸ਼ਾਹ ਜੀਆਂ ਨੇ ਜਦੋਂ ਆਪ ਗੁਰ ਸੰਗਤ ਜੀ ਮਹਾਰਾਜ ਜੀਆਂ ਦੀ ਉਦਾਸੀ ਦਾ ਕਾਰਨ ਪੁੱਛਿਆ ਤੇ ਆਪ 6ਵੇਂ ਪਾਤਸ਼ਾਹ ਜੀਆਂ ਦੇ ਤਾਈ ਇੱਕ ਸਿੱਖ ਨੇ ਆਖਣਾ ਕੀਤਾ, ਮਹਾਰਾਜ 7ਵੇਂ ਪਾਤਸ਼ਾਹ ਜੀਆਂ ਨੇ ਆਪ ਖੁੱਲੇ ਚੋਲੇ ਪਹਿਨਣਾ ਕੀਤੇ। ਸੋ ਆਪ ਜੀਆਂ ਦੇ ਦਰਸ਼ਨ ਵਾਸਤੇ ਆਪ ਜੀਆਂ ਦੇ ਪਿੱਛੇ ਆ ਰਹੇ ਸਨ। ਸੋ ਐਸੇ ਕਾਰਨ ਕਰਕੇ ਚੋਲਾ ਖੁੱਲਾ ਹੋਣ ਕਰਕੇ ਇਸ ਫੁੱਲ ਦੇ ਨਾਲ ਮਹਾਰਾਜ ਜੀਆਂ ਦਾ ਚੋਲਾ ਖਹਿਣਾ ਹੋਇਆ। ਸੋ ਜਿਹਦੇ ਕਰਕੇ ਫੁੱਲ ਟੁੱਟ ਕਰਕੇ ਧਰਤੀ ਤੇ ਡਿੱਗਣਾ ਹੋਇਆ ਤਾਂ ਆਪ ਗੁਰ ਸੰਗਤ ਜੀ ਮਹਾਰਾਜ 6ਵੇਂ ਪਾਤਸ਼ਾਹ ਜੀਆਂ ਨੇ 7ਵੇਂ ਪਾਤਸ਼ਾਹ ਜੀਆਂ ਨੂੰ ਆਪ ਕਹਿਣਾ ਕੀਤਾ ਕਿ ਪੁੱਤਰ ਜੀ ਕੋਈ ਗੱਲ ਨਹੀਂ, ਜੇ ਸੰਸਾਰ ਦੇ ਵਿੱਚ ਵਿਚਰ ਰਹੇ ਹੋ ਤਾਂ ਆਪ ਮਹਾਰਾਜ ਜੀਆਂ ਨੇ ਕਹਿਣਾ ਕੀਤਾ ਸੰਕੋਚ ਕਰਕੇ ਵਿਚਰਨ ਨਾ ਕਰੋ, ਕਿਉਂ ਆਪ ਮਹਾਰਾਜ ਕਹਿਣਾ ਕਰਦੇ ਨੇ ਗੁਰ ਸੰਗਤ ਜੀ ਚੋਲੇ ਨੂੰ ਸੰਕੋਚ ਕਰਕੇ ਵਿਚਰ ਲੈਣਾ ਕਰੋ। ਸੋ ਗੁਰ ਸੰਗਤ ਜੀ ਆਪ ਮਹਾਰਾਜ ਜੀਆਂ ਨੇ ਦਰਸਾਉਣਾ ਵੀ ਕੀਤਾ ਜੇ ਇਸ ਸੰਸਾਰ ਦੇ ਵਿੱਚ ਵਿਚਰਨਾ ਹੈ ਤਾਂ ਇਸ ਤਰੀਕੇ ਦੇ ਨਾਲ ਵਿਚਰਿਆ ਜਾਵੇ ਕਿ ਜਿਸ ਦੇ ਨਾਲ ਕਿਸੇ ਦੂਸਰੇ ਨੂੰ ਦੁੱਖ ਨਾ ਹੋਣਾ ਹੋਵੇ। ਸੋ ਗੁਰ ਸੰਗਤ ਜੀ ਇਹ ਬਚਨ ਆਪ ਐਸੀਆਂ ਸਿੱਖਿਆਵਾਂ ਨੂੰ
ਸਤਵੇਂ ਪਾਤਸ਼ਾਹ ਜੀਆਂ ਨੇ ਪੱਲੇ ਨਾਲ ਬੰਨਣਾ ਕੀਤਾ। ਸੋ ਉਸੇ ਸਮੇਂ ਤੋਂ ਆਪ ਸਤਵੇਂ ਪਾਤਸ਼ਾਹ ਜੀ ਆਪਣੇ ਚੋਲੇ ਨੂੰ ਸੰਕੋਚ ਕਰਕੇ ਵਿਚਰ ਲੈਣਾ ਕਰਦੇ ਨੇ। ਸੋ ਆਪ ਮਹਾਰਾਜ ਵਿਚਰਨਾ ਕਰ ਰਹੇ ਨੇ ਤਾਂ ਆਪ ਗੁਰਸੰਗਤ ਜੀ ਐਸਾ ਦੇਖ ਕਰਕੇ ਆਪ ਛੇਵੇਂ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਨੇ ਕਿ ਆਪ ਸਤਵੇਂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਹੁਕਮਾਂ ਦੀ ਪਾਲਣਾ ਕਰ ਰਹੇ ਨੇ। ਸੋ ਐਸੇ ਗੁਣਾਂ ਨੂੰ ਦੇਖਦਿਆਂ ਹੋਇਆਂ ਅਗਾਂਹ ਚੱਲ ਕੇ ਗੁਰਸੰਗਤ ਜੀ ਛੇਵੇਂ ਪਾਤਸ਼ਾਹ ਜੀਆਂ ਨੇ ਗੁਰਤਾ ਗੱਦੀ ਤੇ ਉੱਤੇ ਆਪ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਿਰਾਜਮਾਨ ਕਰਨਾ ਕੀਤਾ। ਸੋ ਆਪ ਗੁਰਸੰਗਤ ਜੀ ਕੁਝ ਸਮੇਂ ਬਾਅਦ ਆਪ ਮਹਾਰਾਜ ਜੀਆਂ ਦੇ ਆਨੰਦ ਕਾਰਜ ਸਤਵੇਂ ਪਾਤਸ਼ਾਹ ਜੀਆਂ ਦੇ ਮਾਤਾ ਕਿਸ਼ਨ ਕੌਰ ਜੀਆਂ ਦੇ ਨਾਲ ਹੋਏ। ਸੋ ਜਿਨ੍ਹਾਂ ਦੇ ਉਦਰ ਤੋਂ ਗੁਰਸੰਗਤ ਜੀ ਸਤਵੇਂ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ ਦੋ ਸੰਤਾਨਾਂ, ਇੱਕ ਬਾਬਾ ਰਾਮ ਰਾਏ ਤੇ ਇੱਕ ਗੁਰਸੰਗਤ ਜੀ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਅਵਤਾਰ ਧਾਰਨ ਕਰਨਾ ਕੀਤਾ। ਸੋ ਆਪ ਗੁਰਸੰਗਤ ਜੀ ਭਾਈ ਗੋਂਦਾ ਜੀਆਂ ਨੇ ਵੀ ਅਗਾਂਹ ਚੱਲ ਕੇ ਪੁੱਛਣਾ ਕੀਤਾ ਕਿ ਮਹਾਰਾਜ ਅਗਾਂਹ ਤੇ ਹੁਣ ਗੁਰਤਾ ਗੱਦੀ ਜੀਆਂ ਦੇ ਜੋਤ ਤੇ ਕੌਣ ਕੌਣ ਬਿਰਾਜਮਾਨ ਹੋਣਗੇ। ਸੋ ਗੁਰਸੰਗਤ ਜੀ ਆਪ ਭਾਈ ਗੋਂਦਾ ਜੀਆਂ ਦੇ ਤਾਈਂ ਇੱਕ ਸੂਈ ਮਹਾਰਾਜ ਜੀਆਂ ਨੇ ਦੇਣਾ ਕੀਤੀ। ਸੋ ਉਥੇ ਮਹਾਰਾਜ ਜੀਆਂ ਨੇ ਆਖਣਾ ਕੀਤਾ ਜਿੱਥੇ ਬਾਬਾ ਰਾਮ ਰਾਏ ਅਤੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਮੁਬਾਰਕ ਬਚਨਾਂ ਨੂੰ ਪੜ੍ਹਨਾ ਕਰ ਰਹੇ ਨੇ। ਸੋ ਉਹਨਾਂ ਪੀੜ੍ਹੀਆਂ ਦੇ ਵਿੱਚ ਇਹਨਾਂ ਨੂੰ ਖੁਬਾਉਣਾ ਕਰੋ। ਜਿੱਥੇ ਇਹ ਪੀੜ੍ਹੀਆਂ ਦੇ ਵਿੱਚ ਖੁੱਭ ਜਾਵੇਗੀ ਆਪ ਸਮਝ ਲੈਣਾ ਕਿ ਉਹ ਗੁਰਤਾ ਗੱਦੀ ਜੀਆਂ ਦੇ ਮੁਬਾਰਕ ਅਗਾਂਹ ਆਪ ਗੁਰਤਾ ਗੱਦੀ ਨੂੰ ਸੰਭਾਲਣ ਦੇ ਯੋਗ ਹੋਣਗੇ। ਸੋ ਗੁਰਸੰਗਤ ਜੀ ਭਾਈ ਗੋਂਦਾ ਜੀਆਂ ਨੇ ਆਪ ਗੁਰਸੰਗਤ ਜੀ ਬਾਬਾ ਰਾਮ ਰਾਏ ਦੇ ਪੀੜੇ ਵਿੱਚ ਜਦੋਂ ਆਪ ਖੁਬਾਉਣਾ ਕੀਤੀ ਤਾਂ ਉਹ ਨਹੀਂ ਖੁੱਭੀ, ਤੇ ਗੁਰਸੰਗਤ ਜੀ ਜਦੋਂ 8ਵੇਂ ਪਾਤਸ਼ਾਹ ਜੀਆਂ ਦੇ ਪੀੜਾ ਸਾਹਿਬ ਦੇ ਵਿੱਚ ਉਹ ਖੁਬਾਉਣਾ ਕੀਤੀ ਤਾਂ ਆਪ ਉਹ ਸੰਪੂਰਨ ਸੂਈ ਪੀੜਾ ਸਾਹਿਬ ਦੇ ਵਿੱਚ ਚਲੀ ਗਈ। ਸੋ ਗੁਰਸੰਗਤ ਜੀ ਆਪ ਭਾਈ ਗੋਂਦਾ ਜੀਆਂ ਨੂੰ ਵੀ ਆਪ ਮਹਾਰਾਜ ਜੀਆਂ ਨੇ ਦਰਸਾਉਣਾ ਕੀਤਾ। ਸੋ ਗੁਰਸੰਗਤ ਜੀ ਅਗਾਂਹ ਚੱਲ ਕੇ ਉਧਰ ਔਰੰਗਜ਼ੇਬ ਨੇ ਵੀ ਬੇਅੰਤ ਪ੍ਰਕਾਰ ਦਾ ਉਪੱਦਰ ਚੱਕਿਆ ਹੋਇਆ। ਸੋ ਇਸ ਨੇ ਅਨੇਕਾਂ ਐਸੇ ਕਾਰਜ ਕਰਨਾ ਕੀਤੇ ਜਿਹੜਾ ਕੋਈ ਦੁਸ਼ਮਣ ਵੀ ਨਾ ਦੁਸ਼ਮਣ ਦੇ ਨਾਲ ਕਰਨਾ ਕਰੇ। ਸੋ ਐਸੇ ਕਾਰਜ ਇਸ ਨੇ ਕਰਨਾ ਕੀਤੇ ਨੇ। ਆਪ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਕੀਤਾ। ਸੋ ਇਸ ਦੇ ਪਿਓ ਨੇ ਆਪ ਗੁਰਸੰਗਤ ਜੀ ਇਸ ਨੂੰ ਚਿੱਠੀ ਲਿਖ ਕਰਕੇ ਆਪਣੇ ਖੂਨ ਦੇ ਨਾਲ ਚਿੱਠੀ ਲਿਖ ਕਰਕੇ ਕਹਿਣਾ ਕੀਤਾ ਕਿ ਸਾਨੂੰ ਪਾਣੀ ਤੱਕ ਦੇ ਦਿਆ ਕਰ। ਪਰ ਇਸ ਔਰੰਗਜ਼ੇਬ ਨੇ ਕਹਿਣਾ ਕੀਤਾ ਕਿ ਜਿਸ ਖੂਨ ਦੀ ਸਿਆਹੀ ਨਾਲ ਤੂੰ ਮੈਨੂੰ ਚਿੱਠੀ ਲਿਖਣਾ ਕਰ ਰਿਹਾ ਤੇ ਆਪ ਤੂੰ ਇਸੇ ਨੂੰ ਹੀ ਜਲ ਸਮਝ ਕੇ ਪੀ ਲੈਣਾ ਕਰ, ਇਸੇ ਨੂੰ ਹੀ ਪਿਆਲੇ ਵਿੱਚ ਪਾ ਕਰਕੇ ਜਲ ਸਮਝ ਕਰਕੇ ਪੀ ਲੈਣਾ ਕਰ। ਸੋ ਆਪ ਗੁਰਸੰਗਤ ਜੀ ਆਪਣੇ ਪਿਓ ਨੂੰ ਇਸ ਨੇ ਪਾਣੀ ਤੱਕ ਨਹੀਂ ਦੇਣਾ ਕੀਤਾ, ਜੇਲ੍ਹ ਦੇ ਵਿੱਚ ਆਪ ਡੱਕਣਾ ਕੀਤਾ। ਆਪਣੇ ਭਰਾ ਨੂੰ ਗੁਰਸੰਗਤ ਜੀ ਮੁਰਾਦ ਬਖਸ਼ ਨੂੰ ਆਪ ਇਸ ਨੇ ਕਿਲੇ ਦੀ ਛੱਤ ਦੇ ਵਿੱਚੋਂ ਧੱਕਾ ਦੇ ਕਰਕੇ ਖਤਮ ਕਰਨਾ ਕੀਤਾ। ਸੋ ਗੁਰਸੰਗਤ ਜੀ ਆਪ ਦਾਰਾ ਸ਼ਿਕੋਹ ਨੂੰ ਵੀ, ਜੋ ਕਿ ਇਸ ਦਾ ਹੀ ਭਰਾ ਸੀ ਗੁਰਸੰਗਤ ਜੀ, ਅਨੇਕਾਂ ਹੱਥਕੰਡੇ ਇਸ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਆਪ ਮਾਰਨ ਵਾਸਤੇ ਵਰਤਣਾ ਕੀਤੇ। ਪਹਿਲਾਂ ਤੇ ਆਪ ਭੋਜਨ ਦੇ ਵਿੱਚ ਗੁਰਸੰਗਤ ਜੀ
ਸ਼ੇਰ ਦੀ ਮੁੱਛ ਦਾ ਵਾਲ ਪਾ ਕਰਕੇ ਖਤਮ ਕਰਨ ਦਾ ਯਤਨ ਕੀਤਾ, ਪਰ ਗੁਰਸੰਗਤ ਜੀ ਆਪ ਸ਼ਾਹਜਹਾਨ ਨੇ ਵੀ ਐਸੇ ਸਮਿਆਂ ਦੇ ਵਿੱਚ ਹਰ ਪਾਸੇ ਤੋਂ ਦਵਾਈਆਂ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕਿਧਰੋਂ ਵੀ ਗੁਰਸੰਗਤ ਜੀ ਐਸੀ ਦਵਾਈ ਨਾ ਮਿਲੀ। ਤੇ ਆਪ ਅੰਤ ਵੇਲੇ ਸਤਵੇਂ ਪਾਤਸ਼ਾਹ ਜੀ, ਜੋ ਕਿ ਜਿਨ੍ਹਾਂ ਦੇ ਦਵਾਖਾਨੇ ਦੇ ਵਿੱਚੋਂ ਉਹ ਔਸ਼ਧੀ, ਉਹ ਔਖਦ, ਉਹ ਦਵਾਈ ਮਿਲਣਾ ਕੀਤੀ, ਜਿਸ ਦੇ ਨਾਲ ਦਾਰਾ ਸ਼ਿਕੋਹ ਦਾ ਜੋ ਰੋਗ ਸੀ ਉਹ ਗੁਰਸੰਗਤ ਜੀ ਦੂਰ ਹੋਇਆ। ਸੋ ਆਪ ਇਸੇ ਤਰੀਕੇ ਦੇ ਨਾਲ ਆਪਣੀ ਭੈਣ ਨੂੰ ਵੀ ਇਸ ਔਰੰਗਜ਼ੇਬ ਨੇ ਗੁਰਸੰਗਤ ਜੀ ਖਤਮ ਕਰਨਾ ਕੀਤਾ। ਭਾਵ ਸੋ ਪਰਮੇਸ਼ਰ ਦੇ ਪਿਆਰੇ ਭਾਈ ਸਰਮਦ ਜੀਆਂ ਨੂੰ ਵੀ ਗੁਰਸੰਗਤ ਜੀ ਇਸ ਔਰੰਗਜ਼ੇਬ ਨੇ ਆਪ ਕਹਿਣਾ ਕੀਤਾ, ਆਪ ਦੁੱਖ ਦੇਣਾ ਕੀਤਾ। ਗੁਰਸੰਗਤ ਜੀ ਉਹਨਾਂ ਦਾ ਵੀ ਸੀਸ ਧੜ ਨਾਲੋਂ ਅਲੱਗ ਕਰਨਾ ਕੀਤਾ। ਸੋ ਐਸਾ ਗੁਰਸੰਗਤ ਜੀ ਇਹ ਔਰੰਗਜ਼ੇਬ ਕਿ ਜਿਸ ਨੇ ਆਪਣੇ ਭਰਾ ਦਾਰਾ ਸ਼ਿਕੋਹ ਦਾ ਵੀ ਗੁਰਸੰਗਤ ਜੀ ਸੀਸ ਧੜ ਨਾਲੋਂ ਅਲੱਗਾ ਕਰਨਾ ਕੀਤਾ। ਕੀ ਕਾਰਨ ਸੀ? ਕਾਰਨ ਇਹ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਰਾਜ ਭਾਗ ਦਾ ਮਾਲਕ ਬਣ ਜਾਵਾਂ। ਸੋ ਗੁਰਸੰਗਤ ਜੀ ਐਸੀ ਹਾਲਤ ਜੋ ਲੋਭੀ ਹੋਇਆ ਕਰਦਾ ਉਹੀ ਐਸੀ ਕਾਰਜ ਕਰਿਆ ਕਰਦਾ। ਮਹਾਰਾਜ ਕਹਿਣਾ ਕਰਦੇ ਨੇ ਨਾ, ਜੋ ਕੂਕਰ ਹਰਕਾਇਆ ਧਾਰੈ ਧਾਵੈ ਦਹ ਦਿਸ ਜਾਏ, ਤੇ ਉਹ ਲੋਭੀ ਜੰਤ ਨ ਜਾਣੇ ਭਖ ਅਭਖ ਸਭ ਖਾਏ। ਭਾਵ ਗੁਰਸੰਗਤ ਜੀ ਜੋ ਲੋਭੀ ਹੋਇਆ ਕਰਦਾ ਏ, ਸੋ ਉਹ ਆਪ ਭਖ ਤੇ ਅਭਖ ਸਭ ਕੁਝ ਖਾ ਜਾਂਦਾ, ਜਿਸ ਤਰ੍ਹਾਂ ਕੂਕਰ ਹੋਵੇ। ਸੋ ਗੁਰਸੰਗਤ ਜੀ ਆਪ ਮਹਾਰਾਜ ਕਹਿਣਾ ਕਰਦੇ ਨੇ ਉਹਦੇ ਅੱਗੇ ਕਿ ਪ੍ਰਸ਼ਾਦਾ ਰੱਖਿਆ ਜਾਵੇ, ਪ੍ਰਸ਼ਾਦਾ ਵੀ ਛਕ ਲਏਗਾ, ਪ੍ਰਸ਼ਾਦਾ ਵੀ ਖਾ ਲਏਗਾ, ਤੇ ਪ੍ਰਸ਼ਾਦੇ ਤੋਂ ਇਲਾਵਾ ਜੇ ਉਹਦੇ ਅੱਗੇ ਹੱਡੀਆਂ ਦੀ ਮੁੱਠ ਰੱਖ ਦਿੱਤੀ ਜਾਵੇ ਤਾਂ ਉਹ ਹੱਡੀਆਂ ਦੀ ਮੁੱਠ ਵੀ ਛਕ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਲੋਭੀ ਮਨੁੱਖ ਐਸੇ ਤਰੀਕੇ ਦੇ ਨਾਲ ਲੋਭੀ ਮਨੁੱਖ ਹੋਇਆ ਕਰਦਾ। ਸੋ ਆਪਣੀ ਮਨੋਰਥ ਦੀ ਪੂਰਤੀ ਵਾਸਤੇ ਉਹ ਕਿਸੇ ਵੀ ਹੱਦ ਤੇ ਜਾਣਾ ਕਰਦਾ ਏ। ਸੋ ਆਪ ਮਹਾਰਾਜ ਆਖਣਾ ਕਰਦੇ ਨੇ, ਗੁਰਸੰਗਤ ਜੀ ਐਸੀ ਦਸ਼ਾ ਲੋਭੀ ਮਨੁੱਖ ਦੀ ਹੋਇਆ ਕਰਦੀ ਹੈ। ਸੋ ਇਸ ਔਰੰਗਜ਼ੇਬ ਨੇ ਗੁਰਸੰਗਤ ਜੀ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਵੀ ਆਪ ਇਸ ਦਾ ਵੀ ਸੀਸ ਧੜ ਨਾਲੋਂ ਕਲਮ ਕਰਨਾ ਕੀਤਾ, ਭਾਵ ਅਲਹਿਦਾ ਕਰਨਾ ਕੀਤਾ। ਸੋ ਐਸੇ ਕਾਰਜ ਇਸ ਨੇ ਕਰਨਾ ਕੀਤੇ ਜੋ ਕੋਈ ਦੁਸ਼ਮਣ ਵੀ ਆਪਣੇ ਦੁਸ਼ਮਣ ਦੇ ਨਾਲ ਨਾ ਕਰਨਾ ਕਰੇ। ਸੋ ਗੁਰਸੰਗਤ ਜੀ ਇਸ ਦੇ ਪਿਓ ਨੇ ਵੀ ਇਸ ਨੂੰ ਆਪ ਰੋਕਣਾ ਕੀਤਾ ਸੀ ਕਿ ਦਿਨ ਦੇ ਵਿੱਚ ਕਿ ਤੂੰ ਆਪ ਐਸੇ ਕਾਰਜ ਨਾ ਕਰਨਾ ਕਰੀ ਜਿਹਦੇ ਨਾਲ, ਜੇ ਤੂੰ ਚਾਹੁੰਦਾ ਕਿ ਚੰਗਾ ਤੇਰਾ ਰਾਜ ਚੱਲੇ, ਤਾਂ ਪਹਿਲਾਂ ਤੂੰ ਨੌਕਰਾਂ ਦੀ ਤਨਖਾਹ ਨਾ ਘਟਾਣਾ ਕਰੀ। ਇਸ ਨੇ ਨੌਕਰਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ। ਸੋ ਗੁਰਸੰਗਤ ਜੀ ਆਪ ਕਹਿਣਾ ਆਪ ਇਸ ਨੇ ਐਸਾ ਕਾਰਜ ਕਰਨਾ ਕੀਤਾ ਕਿ ਧਰਮ ਦੇ ਉੱਪਰ ਵੀ ਹਮਲੇ ਕਰਨਾ ਕੀਤੇ, ਭਾਵ ਦੂਜੇ ਧਰਮਾਂ ਦੇ ਸਥਾਨਾਂ ਨੂੰ ਖਤਮ ਕਰਨਾ ਕੀਤਾ। ਸੋ ਐਸੇ ਗੁਰਸੰਗਤ ਜੀ ਆਪ ਆਪਣੇ ਪਿਓ ਦੀ ਇੱਕ ਹੋਰ ਗੱਲ ਸੀ ਕਿ ਦੱਖਣ ਦੇ ਰਾਜੇ ਤਾਨਾਸ਼ਾਹ ਦੇ ਨਾਲ ਆਪ ਤੂੰ ਕਿਸੇ ਵੀ ਪ੍ਰਕਾਰ ਨਾਲ ਜੰਗ ਨਾ ਕਰਨਾ ਕਰੀ, ਪਰ ਇਸ ਨੇ ਦੱਖਣ ਦੇ ਰਾਜੇ ਤਾਨਾਸ਼ਾਹ ਦੇ ਨਾਲ ਵੀ ਜੰਗ ਕਰਨਾ ਕੀਤਾ। ਸੋ ਐਸੇ ਸਾਰੇ ਕਾਰਜ ਜਿਸ ਤੋਂ ਇਸ ਨੂੰ ਵਰਜਿਆ ਗਿਆ ਸੀ, ਉਹ ਸਾਰੇ ਕਾਰਜ ਇਸ ਨੇ ਕਰਨਾ ਕੀਤੇ ਨੇ। ਸੋ ਆਪ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਵੀ ਗੁਰਸੰਗਤ ਜੀ ਆਪਣੇ ਸਲਾਹਕਾਰਾਂ ਦੀ ਚੁੱਕਣਾ ਦੇ ਵਿੱਚ ਆ ਕਰਕੇ, ਜਦੋਂ ਆਪ ਐਸੇ ਸਲਾਹਕਾਰਾਂ ਨੇ ਚੁੱਕਣਾ ਦੇਣਾ ਕੀਤੀ ਨਾ ਕਿ ਸਤਵੇਂ ਪਾਤਸ਼ਾਹ ਜੀਆਂ ਨੇ ਮਦਦ ਕਰਨਾ ਕੀਤੀ ਦਾਰਾ ਸ਼ਿਕੋਹ ਦੀ, ਤਾਂ ਗੁਰਸੰਗਤ ਜੀ ਆਪ ਇਸ ਨੇ ਫੌਜ ਭੇਜਣਾ ਕੀਤੀ ਹੈ ਸਤਵੇਂ ਪਾਤਸ਼ਾਹ ਜੀਆਂ ਦੇ ਵੱਲ। ਪਰ ਕਿਉਂਕਿ ਗੁਰਸੰਗਤ ਜੀ ਛੇਵੇਂ ਪਾਤਸ਼ਾਹ ਜੀਆਂ ਨੇ ਆਪ ਹੀ ਪਹਿਲੇ ਵਾਰ ਬਖਸ਼ਿਸ਼ ਕਰ ਦਿੱਤੇ ਸਨ ਕਿ ਆਪ 2200 ਘੋੜ ਸਵਾਰ
ਆਪਣੇ ਨਾਲ ਰੱਖਣਾ ਕਰਨੇ। ਸੋ ਕਿਸੇ ਨਾਲ ਜੰਗ ਜੁੱਧ ਨਹੀਂ ਕਰਨਾ। ਪਰ ਗੁਰਸੰਗਤ ਜੀ ਮਹਾਰਾਜ ਜੀਆਂ ਦੇ ਵੱਲੋਂ ਅਗਾਂਹ ਵੀ ਪੁੱਛਿਆ ਗਿਆ ਕਿ ਮਹਾਰਾਜ ਕੋਈ ਚੜ ਕਰਕੇ ਆ ਜਾਵੇ ਫੇਰ, ਤਾਂ ਆਪ ਮਹਾਰਾਜ ਜੀਆਂ ਨੇ ਕਹਿਣਾ ਕੀਤਾ ਕਿ ਤੁਹਾਡੇ ਉੱਪਰ ਚੜ ਕਰਕੇ ਕੋਈ ਨਹੀਂ ਆਵੇਗਾ, ਜੋ ਚੜ ਕਰਕੇ ਆਵੇਗਾ ਉਹ ਰਸਤੇ ਵਿੱਚ ਹੀ ਮਾਰਿਆ ਜਾਵੇਗਾ। ਸੋ ਗੁਰਸੰਗਤ ਜੀ ਆਪ ਇਹ ਫੌਜ ਅੱਧੀ ਤੋਂ ਜ਼ਿਆਦਾ ਫੌਜ ਦੇ ਵਿੱਚ ਹੈਜੇ ਦਾ ਰੋਗ ਫੈਲਿਆ। ਸੋ ਰਾਹ ਦੇ ਵਿੱਚ ਹੀ ਇਹ ਫੌਜ ਮਾਰੀ ਗਈ। ਸੋ ਗੁਰਸੰਗਤ ਜੀ ਆਪ ਅਗਾਂਹ ਚੱਲ ਕੇ ਹੁਣ ਚੁੱਕਣਾ ਦੇਣੀ ਕੀਤੀ। ਇਸ ਔਰੰਗਜ਼ੇਬ ਦੇ ਸਲਾਹਕਾਰਾਂ ਨੇ ਔਰੰਗਜ਼ੇਬ ਨੂੰ, ਸੋ ਗੁਰਸੰਗਤ ਜੀ ਚੁੱਕਣਾ ਦੇ ਵਿੱਚ ਆ ਕਰਕੇ ਇਸ ਔਰੰਗਜ਼ੇਬ ਨੇ 7ਵੇਂ ਪਾਤਸ਼ਾਹ ਜੀਆਂ ਨੂੰ ਆਪ ਇੱਕ ਪੱਤਰ ਭੇਜਣਾ ਕੀਤਾ ਤੇ ਆਪ ਦਿੱਲੀ ਆਉਣ ਦਾ ਸੱਦਾ ਦੇਣਾ ਕੀਤਾ। ਪਰ ਗੁਰਸੰਗਤ ਜੀ 7ਵੇਂ ਪਾਤਸ਼ਾਹ ਜੀਆਂ ਨੇ ਇਸ ਸੱਦੇ ਨੂੰ ਪ੍ਰਵਾਨ ਨਾ ਕੀਤਾ ਤੇ ਆਪਣੀ ਥਾਂ ਦੇ ਉੱਤੇ ਬਾਬਾ ਰਾਮ ਰਾਏ ਨੂੰ ਭੇਜਣਾ ਕੀਤਾ। ਸੋ ਗੁਰਸੰਗਤ ਜੀ ਅਗਾਂਹ ਚੱਲ ਕੇ ਬਾਬਾ ਰਾਮ ਰਾਏ ਸਿਧਾਂਤ ਤੋਂ ਉਤਰ ਗਏ। ਸੋ ਬਚਨਾਂ ਦੀ ਨਿਰਾਦਰੀ ਕਰਨਾ ਕੀਤੀ। ਐਸੇ ਕਾਰਨਾਂ ਕਰਕੇ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਜਾਣਨਾ ਕੀਤਾ ਕਿ ਗੁਰਤਾ ਗੱਦੀ ਦੇ ਯੋਗ ਨਹੀਂ। ਸੋ ਆਪ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਵੱਲ ਜਦੋਂ ਆਪ ਗੁਰਸੰਗਤ ਜੀ ਦੇਖਣਾ ਕਰੀਏ ਤਾਂ ਕੈਸੇ ਗੁਣ ਸਨ, ਤਾਂ ਆਪ ਮਹਾਰਾਜ ਜੀਆਂ ਨੇ ਭਾਣੇ ਨੂੰ ਵੀ ਮੰਨਣਾ ਕੀਤਾ। ਧਰਤੀ ਤੋਂ ਵੀ ਵੱਧ ਕੇ ਧੀਰਜ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਸੀ। ਸੋ ਐਸੇ ਗੁਣਾਂ ਨੂੰ ਦੇਖਦਿਆਂ ਹੋਇਆਂ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਆਪ ਗੁਰਸੰਗਤ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕਰਨਾ ਕਰ ਰਹੇ ਨੇ। 8ਵੇਂ ਪਾਤਸ਼ਾਹ ਜੀਆਂ ਨੂੰ ਸੰਪੂਰਨ ਸੰਗਤ ਨੂੰ ਵੀ ਬੁਲਾਇਆ ਗਿਆ ਤੇ ਆਪ ਆਖਣਾ ਕੀਤਾ ਗੁਰਸੰਗਤ ਜੀ, ਆਪ ਆਖਣਾ ਕੀਤਾ ਕਿ ਅੱਜ ਤੋਂ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਡਾ ਹੀ ਰੂਪ ਨੇ। ਸੋ ਗੁਰਸੰਗਤ ਜੀ ਆਪ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕਰਨਾ ਕੀਤਾ। 8ਵੇਂ ਪਾਤਸ਼ਾਹ ਜੀਆਂ ਨੂੰ ਪਰਿਕਰਮਾ ਕਰਨਾ ਕੀਤੀ। 7ਵੇਂ ਪਾਤਸ਼ਾਹ ਜੀਆਂ ਨੇ ਗੁਰਤਾ ਗੱਦੀ ਜੀ ਦੇ ਉੱਪਰ ਬਿਰਾਜਮਾਨ ਕਰਕੇ ਅੱਜ ਦੇ ਦਿਨ ਗੁਰਸੰਗਤ ਜੀ ਮਹਾਰਾਜ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਪਾਤਾਲਪੁਰੀ ਸਾਹਿਬ ਜੀਆਂ ਦੇ ਅਸਥਾਨਾਂ ਤੇ, ਜਿੱਥੇ ਆਪ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਵੀ ਅੰਗੀਠੇ ਸਨ। ਸੋ ਐਸੇ ਅੰਗੀਠਿਆਂ ਦੇ ਕੋਲ ਆਪ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਵੀ ਜੋਤੀ ਜੋਤ ਸਮਾਉਣਾ ਕੀਤਾ। ਸੋ ਉਹਨਾਂ ਮੁਬਾਰਕ ਅੰਗੀਠਿਆਂ ਦੇ ਕੋਲ 7ਵੇਂ ਪਾਤਸ਼ਾਹ ਜੀਆਂ ਦੇ ਵੀ ਚਿਖਾ ਤਿਆਰ ਕੀਤੇ ਗਏ। ਗੁਰਸੰਗਤ ਜੀ ਚੰਡੇ ਦੀ ਜੋ ਰਸਮ ਹੋਇਆ ਕਰਦੀ ਹੈ, ਉਹ ਆਪ ਚੰਡੇ ਦੀ ਰਸਮ ਨੂੰ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਸੰਪੂਰਨ ਕਰਨਾ ਕੀਤਾ। ਸੋ ਗੁਰਸੰਗਤ ਜੀ ਆਪ ਮਹਾਰਾਜ ਹਰ ਪ੍ਰਕਾਰ ਦੀਆਂ ਪ੍ਰਾਰਥਨਾਵਾਂ ਨੂੰ, ਹਰ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਕਰਦੇ ਨੇ। ਜਦੋਂ ਫੂਲ ਤੇ ਸੰਦਲੀ ਜੋ 2 ਗੁਰਸੰਗਤ ਜੀ ਭਾਈ ਕਾਲਾ ਜੀ ਦੇ ਨਾਲ 7ਵੇਂ ਪਾਤਸ਼ਾਹ ਜੀਆਂ ਦੇ ਦਰ ਤੇ ਆਏ ਤਾਂ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ ਸੀ ਕਿ ਇਹਨਾਂ ਨੇ ਢਿੱਡ ਦੇ ਉੱਤੇ ਹੱਥ ਕਿਉਂ ਰੱਖਣਾ ਕੀਤੇ ਨੇ। ਸੋ ਢਿੱਡ ਦੇ ਉੱਤੇ ਜਦੋਂ ਭਾਈ ਕਾਲਾ ਜੀਆਂ ਨੇ ਦੱਸਣਾ ਕੀਤਾ ਕਿ ਮਹਾਰਾਜ ਇਹਨਾਂ ਨੂੰ ਆਪਣੀ ਰੋਜੀ ਰੋਟੀ ਦਾ ਫਿਕਰ ਹੈ, ਤਾਂ ਆਪ ਮਹਾਰਾਜ ਜੀਆਂ ਨੇ ਕਹਿਣਾ ਕੀਤਾ ਸੀ ਕਿ ਇਹਨਾਂ ਦੇ ਘੋੜੇ ਜਮਨਾ ਦਰਿਆ ਦੇ ਕੰਢੇ ਤੋਂ ਆਪ ਜਲ ਭਰਿਆ ਕਰਨਗੇ। ਸੋ ਗੁਰਸੰਗਤ ਜੀ ਐਸੇ ਵਰਾਂ ਦੇ ਨਾਲ ਆਪ ਫੂਲ ਤੇ ਸੰਦਲੀ ਜੀਆਂ ਦੀ ਵੀ ਮਹਾਰਾਜ ਜੀਆਂ ਨੇ ਗੁਰਸੰਗਤ ਜੀ ਦੂਰ ਕਰਨਾ ਕੀਤੀਆਂ ਚਿੰਤਾਵਾਂ। ਸੋ ਆਪ ਭਾਈ ਕਾਲਾ ਜੀਆਂ ਦੇ 2 ਪੁੱਤਰ ਵੀ ਸਨ। ਸੋ ਉਹਨਾਂ ਨੂੰ ਵੀ ਚੰਗੇ ਰਾਜ ਭਾਗ ਚੰਗਾ ਦੇ ਕਰਕੇ ਗੁਰਸੰਗਤ ਜੀ ਆਪ ਨਿਹਾਲ ਕਰਨਾ ਕੀਤਾ। ਸੋ ਅੱਜ ਦਾ ਹੀ ਜੋ ਦਿਨ ਸੀ ਗੁਰਸੰਗਤ ਜੀ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਅੱਜ ਦੇ ਦਿਨ 8ਵੇਂ ਪਾਤਸ਼ਾਹ
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੂੰ ਆਪ ਗੁਰਸੰਗਤ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕਰਕੇ ਜੋਤੀ ਜੋਤ ਸਮਾਉਣਾ ਕੀਤਾ, ਸੱਚਖੰਡ ਪਿਆਨਾ ਕਰਨਾ ਕੀਤਾ ਸੀ। ਸੋ ਗੁਰਸੰਗਤ ਜੀ ਜਿੱਥੇ ਅੱਜ ਮਹਾਰਾਜ ਜੀਆਂ ਦਾ ਮੁਬਾਰਕ ਜੋਤੀ ਜੋਤ ਪੁਰਬ ਹੈ, ਉੱਥੇ ਹੀ ਗੁਰਸੰਗਤ ਜੀ ਅੱਜ ਇੱਕ ਹੋਰ ਸਾਕਾ ਵੀ ਵਰਤਣਾ ਹੋਇਆ। ਜਦੋਂ ਆਪ ਪੰਜਾ ਸਾਹਿਬ ਜੀਆਂ ਦੇ ਸਥਾਨਾਂ ਦੇ ਉੱਪਰ, ਜਿੱਥੇ ਆਪ ਪਹਿਲੇ ਪਾਤਸ਼ਾਹ ਜੀਆਂ ਨੇ ਗੁਰਸੰਗਤ ਜੀ ਵਲੀ ਕੰਧਾਰੀ ਦੇ ਵੱਲੋਂ ਸੁੱਟਿਆ ਗਿਆ, ਜੋ ਪੱਥਰ ਰੋਕ ਕਰਕੇ ਆਪ ਗੁਰਸੰਗਤ ਜੀ ਭਾਈ ਮਰਦਾਨਾ ਜੀਆਂ ਨੂੰ ਜਲ ਛਕਾਉਣਾ ਕੀਤਾ, ਤੇ ਜਦੋਂ ਜਲ ਛਕਾਇਆ ਤੇ ਐਸੇ ਹੀ ਅਸਥਾਨਾਂ ਦੇ ਉੱਤੇ ਗੁਰਸੰਗਤ ਜੀ ਜੋ ਗੁਰੂ ਕੇ ਬਾਗ ਜੀਆਂ ਦੇ ਮੂਰਚੇ ਲੱਗੇ ਹੋਏ ਸਨ ਗੁਰਦੁਆਰਾ ਸਾਹਿਬ ਜੀਆਂ ਤੇ, ਤਾਂ ਉੱਥੇ ਰਿਟਾਇਰਡ ਫੌਜੀਆਂ ਨੂੰ ਜਦੋਂ ਆਪ ਗੁਰਸੰਗਤ ਜੀ ਜਦੋਂ ਉੱਥੋਂ ਦੇ ਵਸਨੀਕਾਂ ਨੇ ਸੁਣਨਾ ਕੀਤਾ ਕਿ ਭੁੱਖੇ ਧਿਆਏ ਅਟਕ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ, ਤਾਂ ਆਪ ਗੁਰਸੰਗਤ ਜੀ ਸੰਪੂਰਨ ਪੰਜਾ ਸਾਹਿਬ ਜੀਆਂ ਦੀ ਸਿੱਖ ਸੰਗਤ ਨੇ ਫੈਸਲਾ ਕੀਤਾ ਕਿ ਅਸੀਂ ਸਾਰਿਆਂ ਨੂੰ ਬਿਨਾਂ ਲੰਗਰ ਛਕਾਏ ਜਾਣ ਨਹੀਂ ਦੇਣਾ। ਸੋ ਆਪ ਗੁਰਸੰਗਤ ਜੀ ਸਟੇਸ਼ਨ ਦਾ ਜੋ ਮਾਸਟਰ ਹੋਇਆ ਕਰਦਾ, ਉਸਨੇ ਆਪਣੀ ਮਜਬੂਰੀ ਦੱਸੀ ਤੇ ਆਪ ਭਾਈ ਕਰਮ ਸਿੰਘ ਜੀ ਤੇ ਨਾਲ ਉਹਨਾਂ ਦੇ ਸਿੰਘ ਗੁਰਸੰਗਤ ਜੀ, ਇੱਕ ਹੋਰ ਸਿੰਘ ਜੀਆਂ ਨੇ ਆਪ ਗੁਰਸੰਗਤ ਜੀ ਆਪ ਟਰੈਕ ਦੇ ਉੱਪਰ ਲੇਟ ਕਰਕੇ, ਪਟੜੀ ਉੱਪਰ ਲੇਟ ਕਰਕੇ ਗੁਰਸੰਗਤ ਜੀ ਗੱਡੀਆਂ ਨੂੰ ਰੋਕਣਾ ਕੀਤਾ, ਤੇ ਆਪ ਸਾਰੇ ਜੋ ਰਿਟਾਇਰਡ ਫੌਜੀ ਸਨ, ਜੋ ਕਿ ਭੁੱਖੇ ਧਿਆਏ ਸਨ, ਉਹਨਾਂ ਨੂੰ ਲੰਗਰ ਛਕਾਉਣਾ ਕਰਕੇ ਆਪ ਪ੍ਰਤਾਪ ਸਿੰਘ ਜੀ ਭਾਈ ਕਰਮ ਸਿੰਘ ਜੀ ਗੁਰਸੰਗਤ ਜੀ ਇਹਨਾਂ ਸਮਿਆਂ ਦੌਰਾਨ ਅੱਜ ਪੰਜੇ ਸਾਹਿਬ ਜੀਆਂ ਦੇ ਸਾਕੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ। ਸੋ ਗੁਰਸੰਗਤ ਜੀ ਆਪ ਮਹਾਰਾਜ ਜੀਆਂ ਦੇ ਮੁਬਾਰਕ ਇਤਿਹਾਸ ਦੀ ਵਿਚਾਰ ਕਰਦੇ ਆਂ, ਪੰਜਾ ਸਾਹਿਬ ਜੀਆਂ ਦੇ ਇਤਿਹਾਸ ਦੀ ਵਿਚਾਰ ਕਰਦੇ ਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਮਹਾਰਾਜ ਬਖਸ਼ਣ ਯੋਗ ਨੇ, ਮਹਾਰਾਜ ਜੀਆਂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਤਹਿ ਨ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੀਆਂ ਦੇ ਮਹਾਵਾਕ ਅਨੁਸਾਰ ਇਧਰ ਹੀ ਸਮਾਪਤੀ ਹੈ। ਸੋ ਗੁਰਸੰਗਤ ਜੀ ਮਹਾਰਾਜ ਜੀਆਂ ਦੇ ਮੁਬਾਰਕ ਇਤਿਹਾਸ, ਮੁਬਾਰਕ ਸਿੱਖਿਆਵਾਂ ਸਾਡੇ ਹਿਰਦੇ ਵਿੱਚ ਵਸਣ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਆਪ ਸਮੂਹ ਸੰਗਤਾਂ ਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਬਖਸ਼ੋ ਅਸੀਸ। ਮਹਾਰਾਜ ਮੁਆਫ ਕਰਨ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਲੇਖੇ ਕਥੈ ਨ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੀਆਂ ਦੇ ਮਹਾਵਾਕ ਅਨੁਸਾਰ ਇਧਰ ਹੀ ਸਮਾਪਤੀ ਹੈ। ਆਓ ਗੁਰਸੰਗਤ ਜੀ ਬਖਸ਼ੋ ਅਸੀਸ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।